वाहिगुरु जी का खालसा वाहिगुरु जी की फतेह। कृष्ण बर्तमा अगबान कृष्ण। कृष्ण बर्तमा का अर्थ हुंदा है, कृष्ण का मतलब हुंदा काला। बर्तमा का मतलब हुंदा रस्ता। जिस दा राह काला होवे उन्होंने कहते हैं कृष्ण बर्तमा। किस दा रस्ता काला है? अग्नि। अग्नि विचों पैदा होने वाला धुआं काला है, ओदा राह है। इस करके विद्वान जना ने अग्नि का नाम रखिया कृष्ण बर्तमा। अग नूं कहंदे हन कृष्ण बर्तमा। महाकवि कविराज भाई साहेब भाई संतोख सिंह जी चूड़ामणी, भाई साहब जी का सानी कवि कोई नहीं। दुनिया के जिन्ने कवि ने वो सिर दे उत्ते मुकुट समान ने, जिवें राजे दे सिर ते मुकुट हुंदा ना, वो मुकुट समान ने। पर महाकवि भाई संतोख सिंह जी उस मुकुट दे विच लगी हुई मणी दे समान ने, वखरे। इस करके उन्हां नूं कहा जांदा चूड़ामणी। वो कह रहे ने कृष्ण बर्तमा बन अघ कृष्ण। जंगल विच अग लगदी है, सैकड़े एकड़ां विच फैले हुए जंगल नूं साड़ के सुआह कर दिंदी। ते जदों जंगल की अग लगदी है बड़ी भयानक, वो फिर बुझदी नहीं है, कई कई महीनों तक धुखदी रहिंदी है। हजारों सैकड़े जंगलों के दरखत सड़ सड़ के सुआह हो जाते। आस्ट्रेलिया विच अक्सर तकरीबन हर साल गर्मी विच, क्योंकि गर्मी की लहर उत्थे बहुत ज़्यादा पैंदी है, तपश पैंदी है, उहदे कारण जंगल बहुत ज़्यादा होने करके अग लगदी है। और उहदा बड़ा विकराल रूप हुंदा है। बन अघ, अग कहते ने पापां नूं। जितने पाप ने वो कह सकते हाँ भी पापां दा जंगल है। और श्री गुरु हरकृष्ण साहिब पापां दे उस जंगल वास्ते अग दे समान ने। जिवें अग जंगल नूं साड़ के सुआह कर दिंदी है, श्री गुरु हरकृष्ण साहब अपने सिखां दे समस्त पापां दा नाश कर दिंदे ने। ऐसे महान दयालु करणालु कृपालु सतगुरु धन श्री गुरु हरकृष्ण साहिब जी महाराज अष्टम बलवीरा सतगुरु बाला प्रीतम सतगुरु जी का अज पावन पवित्र प्रकाश पुरब दिहाड़ा आपां मना रहे हैं। अज दे दिन श्री कीरतपुर साहिब जी की पवित्र पावन धरती ते माता किशन कोयर जी की कुख तो
ਸਤਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਜੀ ਦੇ ਗ੍ਰਹਿ ਵਿਖੇ ਗੁਰਦੇਵ ਨੇ ਅੱਜ ਦੇ ਦਿਨ ਅੰਮ੍ਰਿਤ ਵੇਲੇ ਪ੍ਰਕਾਸ਼ ਧਾਰਨ ਕੀਤਾ। ਪ੍ਰਥਮੇ ਗੁਰਦੇਵ ਇਤਨਾ ਕੋਮਲ ਸੁਭਾਅ ਹੈ ਸਤਿਗੁਰਾਂ ਦਾ। ਵੱਡੇ ਭਰਾ ਬਾਬਾ ਰਾਮ ਰਾਏ ਜੀ ਨੇ, ਛੋਟੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ। ਇੱਕ ਵਾਰ ਕਾਬਲ ਤੋਂ ਕੁਝ ਸਿੱਖ ਆਏ, ਸਤਿਗੁਰੂ ਜੀ ਨੂੰ ਬੇਨਤੀ ਕੀਤੀ, ਮਹਾਰਾਜ ਦੂਰੋਂ ਆਏ ਆ, ਪਤਾ ਨਹੀਂ ਦੁਬਾਰਾ ਕਦੋਂ ਆਉਣਾ ਹੋਵੇ, ਬਸ ਸਾਨੂੰ ਹੈ ਤਾਂ ਇਹ ਗੁਪਤ ਬਚਨ ਦੱਸ ਦਿਓ ਕਿ ਤੁਹਾਡੇ ਦੋ ਸਾਹਿਬਜ਼ਾਦੇ ਨੇ, ਦੋਨਾਂ ਚੋਂ ਗੁਰਿਆਈ ਕਿਸ ਕੋਲ ਹੋਵੇਗੀ? ਕਿਉਂਕਿ ਬਾਬਾ ਰਾਮ ਰਾਏ ਜੀ ਵੀ ਬੜੇ ਸ੍ਰੇਸ਼ਟ ਨੇ, ਗੁਰੂ ਹਰਿਕ੍ਰਿਸ਼ਨ ਸਾਹਿਬ ਵੀ। ਸਤਵੇਂ ਪਾਤਸ਼ਾਹ ਕਹਿਣ ਲੱਗੇ, ਸਿੱਖੋ ਇਹ ਤਾਂ ਬੜਾ ਗੁਪਤ ਬਚਨ ਤੁਸੀਂ ਪੁੱਛਿਆ, ਪ੍ਰਗਟ ਕਰਨ ਵਾਲਾ ਤਾਂ ਨਹੀਂ ਹੈ, ਤੁਸੀਂ ਆਪ ਪਰਖ ਲਓ, ਵੇਖ ਲਓ। ਕੱਲ ਸਵੇਰੇ ਜਿੱਥੇ ਦੋਨੋਂ ਸਾਹਿਬਜ਼ਾਦੇ ਬੈਠੇ ਗੁਰਬਾਣੀ ਪੜ੍ਹਦੇ ਹੋਣਗੇ, ਜਿਸ ਪੀੜੇ ਤੇ ਪੋਥੀ ਦਾ ਪ੍ਰਕਾਸ਼ ਹੋਵੇਗਾ, ਉਸ ਪੀੜੇ ਵਿੱਚ ਜਾ ਕੇ ਸੂਈ ਖਬੋ ਕੇ ਵੇਖ ਲਿਓ। ਜਿਸ ਪਾਵੇ ਵਿੱਚ ਸੂਈ ਸਰਬ ਗਈ, ਅੰਦਰ ਚਲੀ ਗਈ, ਸਮਝ ਲੈਣਾ ਉਹੀ ਗੁਰੂ ਹੋਣਗੇ। ਅਗਲੇ ਦਿਨ ਅੰਮ੍ਰਿਤ ਵੇਲੇ ਸਿੱਖ ਜਿੱਥੇ ਬਾਬਾ ਰਾਮ ਰਾਏ ਜੀ ਪਾਠ ਕਰ ਰਹੇ, ਪੋਥੀ ਮਹਾਰਾਜ ਜੀ ਦੀ ਪ੍ਰਕਾਸ਼ ਸੀ ਪੀੜੇ ਤੇ ਬਾਬਾ ਰਾਮ ਰਾਏ ਸਾਹਿਬ ਸ਼ਬਦ ਪੜ੍ਹ ਰਹੇ ਨੇ। ਜਦੋਂ ਸੰਗਤ ਗਈ ਨਾ, ਉਹ ਪੜ੍ਹ ਰਹੇ ਸਨ, ਕਿਉਂ ਸਿਮਰੀ ਸਿਮਰਿਆ ਨਹੀਂ ਜਾਏ, ਕਿਉਂ ਸਿਮਰੀ ਸਿਮਰਿਆ ਨਹੀਂ ਜਾਏ। ਕਿਵੇਂ ਸਿਮਰਾਂ, ਸਿਮਰਨ ਹੁੰਦਾ ਨਹੀਂ, ਕਿਉਂ ਸਿਮਰੀ ਸਿਮਰਿਆ ਨਹੀਂ ਜਾਏ। ਕਿਵੇਂ ਸਿਮਰਨ ਕਰਾਂ, ਪਰਮੇਸ਼ਰ ਦਾ ਸਿਮਰਨ ਹੁੰਦਾ ਨਹੀਂ। ਇਹ ਪੰਕਤੀ ਪੜ੍ਹ ਰਹੇ ਜਦੋਂ ਸੰਗਤ ਨੇ ਮੱਥਾ ਟੇਕਿਆ ਤੇ ਪਾਵੇ ਵਿੱਚ ਏਦਾਂ ਸੂਈ ਧਸਾਈ, ਤੇ ਪਾਵਾ ਲੱਕੜ ਦਾ, ਸੂਈ ਕਿੱਥੇ ਵਿੱਚ ਜਾਵੇ? ਉਹ ਲੱਕੜ ਬੜੀ ਸਖਤ। ਸਿੱਖ ਉੱਥੋਂ ਉੱਠੇ। ਅੱਠਵੇਂ ਪਾਤਸ਼ਾਹ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ, 5 ਕੁ ਸਾਲ ਦੀ ਉਮਰ ਹੈ ਮੇਰੇ ਸਤਿਗੁਰਾਂ ਦੀ, ਤੇ ਗੁਰਬਾਣੀ ਪੜ੍ਹ ਰਹੇ ਨੇ। ਸਿੱਖ ਜਦੋਂ ਗਏ ਤੇ 8ਵੇਂ ਪਾਤਸ਼ਾਹ ਪੜ੍ਹ ਰਹੇ ਸਨ, ਨਦਰ ਕਰੇ ਤਾਂ ਸਿਮਰਿਆ ਜਾਏ। ਰਾਮ ਰਾਏ ਜੀ ਕੋਲ ਪੰਕਤੀ ਆ ਰਹੀ ਹੈ ਵੀ ਕਿਵੇਂ ਸਿਮਰਨ ਕਰਾਂ, ਸਿਮਰਨ ਹੁੰਦਾ ਨਹੀਂ। ਤੇ ਇੱਥੇ ਗੁਰੂ ਹਰਿਕ੍ਰਿਸ਼ਨ ਸਾਹਿਬ ਕਹਿੰਦੇ ਵੀ ਸਿਮਰਨ ਦੀਆਂ ਤਾਂ ਫੁਹਾਰਾਂ ਲੱਗੀਆਂ ਹੁੰਦੀਆਂ, ਜੇ ਗੁਰੂ ਨਦਰ ਕਰਦੇ, ਨਦਰ ਕਰੇ ਤਾਂ ਸਿਮਰਿਆ ਜਾਏ। ਸਿੱਖਾਂ ਨੇ ਜਦੋਂ ਪਾਵੇ ਵਿੱਚ ਆ ਕੇ ਸੂਈ ਮਾਰੀ ਤੇ ਜਿਵੇਂ ਸਾਬਣ 'ਚ ਸੂਈ ਧਸਦੀ, ਏਦਾਂ ਪਾਵੇ ਵਿੱਚ ਹੀ ਸਮਾ ਗਈ। ਉਹ ਲੱਕੜ ਵੀ ਇਤਨੀ ਦਰਵ ਰੂਪ ਹੋ ਗਈ ਸੀ ਗੁਰਬਾਣੀ ਦੀ ਕਲਾ ਨਾਲ, ਜੋ ਗੁਰੂ ਹਰਿਕ੍ਰਿਸ਼ਨ ਸਾਹਿਬ ਪੜ੍ਹ ਰਹੇ ਨੇ। ਦਰਅਸਲ ਉੱਥੇ ਇਹ ਸੰਕੇਤ ਹੈ ਕਿ 8ਵੇਂ ਪਾਤਸ਼ਾਹ ਦਾ ਹਿਰਦਾ ਇਤਨਾ ਕੋਮਲ ਹੈ, ਇਤਨਾ ਦਿਆਲੂ ਤੇ ਦਰਵੀਭੂਤ ਹੈ, ਤੇ ਦੂਜੇ ਪਾਸੇ ਬਾਬੇ ਰਾਮ ਰਾਏ ਦਾ ਹਿਰਦਾ ਇਤਨਾ ਕਠੋਰ ਹੈ ਕਿ ਆਪਣੇ 5 ਸਾਲ ਦੇ ਭਰਾ ਦੀ ਸ਼ਿਕਾਇਤ ਕਰਕੇ ਔਰੰਗਜ਼ੇਬ ਨੂੰ ਕਹਿ ਰਿਹਾ, ਔਰੰਗਜ਼ੇਬ ਉਹਨਾਂ ਨੂੰ ਇੱਥੇ ਸੱਦ, ਉਹ ਵਿਖਾਉਣਗੇ ਤੈਨੂੰ ਕਰਾਮਾਤਾਂ। ਕਠੋਰ ਹੈ। ਸਿੱਖਾਂ ਨੂੰ ਸੰਕੇਤ ਮਿਲ ਗਿਆ ਕਿ ਗੁਰੂ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਹੋਣਗੇ।
ਬਾਬਾ ਰਾਮ ਰਾਏ ਜੀ ਦਿੱਲੀ ਗਏ। ਸਤਵੇਂ ਪਾਤਸ਼ਾਹ ਜੀ ਨੇ 8ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੱਤੀ, ਨਮਸਕਾਰ ਕੀਤੀ। 5 ਸਾਲ ਦੀ ਉਮਰ, ਤਕਰੀਬਨ 5.5 ਸਾਲ ਦੀ ਉਮਰ ਦੇ ਵਿਚਕਾਰ ਉਮਰ 'ਚ ਮਹਾਰਾਜ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਗੁਰਗੱਦੀ ਤੇ ਬੈਠੇ। ਸਭ ਤੋਂ ਛੋਟੀ ਆਯੂ ਹੈ 10 ਗੁਰੂ ਸਾਹਿਬਾਨਾਂ 'ਚ। ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਸਰੀਰ ਭਾਵੇਂ ਛੋਟਾ ਬਾਲਕਾਂ ਵਰਗਾ ਹੈ, ਪਰ ਅੰਦਰ ਤੇਜ ਇਤਨਾ ਹੈ ਕਿ ਕਰੋੜਾਂ ਸੂਰਜਾਂ ਦੀ ਰੋਸ਼ਨੀ ਵੀ ਸਾਹਿਬ ਦੇ ਤੇਜ ਅੱਗੇ ਫਿੱਕੀ ਹੈ। ਸਰੀਰ ਭਾਵੇਂ ਛੋਟਾ ਹੈ ਪਰ ਤੇਜ ਪ੍ਰਤਾਪ ਬੜਾ ਵਿਸ਼ਾਲ ਹੈ। ਦੋ ਸਾਲ ਤਕਰੀਬਨ 3 ਮਹੀਨੇ ਸਮਾਂ ਬਣਦਾ ਹੈ, ਜਿੰਨਾ ਸਮਾਂ ਗੁਰਦੇਵ ਨੇ ਗੁਰਿਆਈ ਕੀਤੀ। 5.5 ਸਾਲ ਦੀ ਉਮਰ 'ਚ ਗੁਰਤਾ ਗੱਦੀ ਤੇ ਬੈਠੇ ਨੇ। 2 ਸਾਲ ਤਕਰੀਬਨ 3 ਮਹੀਨੇ, 2 ਸਾਲ 2 ਮਹੀਨੇ 28 ਦਿਨ ਬਣਦੇ ਹੈ। ਭਾਈ ਕਾਹਨ ਸਿੰਘ ਨਾਭਾ ਜੀ ਦੇ ਅਨੁਸਾਰ ਗੁਰਗੱਦੀ ਤੇ ਮਹਾਰਾਜ ਜੀ ਰਹੇ। ਅਨੇਕਾਂ ਜੀਵਾਂ ਦੀ ਕਲਿਆਣ 8ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਕੀਤੀ। ਉਧਰ ਬਾਬੇ ਰਾਮ ਰਾਏ ਨੇ ਔਰੰਗਜ਼ੇਬ ਨੂੰ ਬਾਰ-ਬਾਰ ਕਿਹਾ ਕਿ ਤੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਇੱਥੇ ਸੱਦ ਬੁਲਾ। ਔਰੰਗਜ਼ੇਬ ਨੇ ਆਖਿਆ ਰਾਮ ਰਾਏ ਵੀ ਉਹ 6-7 ਸਾਲ ਦੇ ਬਾਲਕ ਨੇ, ਉਹਨਾਂ ਨੂੰ ਏਡੀ ਦੂਰ ਕਿਉਂ ਬੁਲਾਉਣਾ? ਪਰ ਰਾਮ ਰਾਏ ਨੇ ਜਿੱਦ ਕੀਤੀ। ਰਾਜਾ ਜੈ ਸਿੰਘ ਉਸ ਵੇਲੇ ਉੱਥੇ ਮੌਜੂਦ ਸੀ। ਰਾਜਾ ਜੈ ਸਿੰਘ ਇਹ ਜੈਪੁਰ ਦਾ ਰਾਜਾ ਸੀ। ਗਰੀਬ ਨਵਾਜ ਸਾਹਿਬ ਜੀ ਨੂੰ ਬੁਲਾਉਣ ਦੀ ਡਿਊਟੀ ਇਹਦੀ ਲਾਈ ਗਈ ਕਿ ਜੈ ਸਿੰਘ ਜੀ ਇਹ ਜੁਮਾ ਤੁਹਾਡਾ, ਕਿਵੇਂ ਲਿਆਉਣਾ ਸਤਿਗੁਰਾਂ ਨੂੰ ਸਤਕਾਰ ਸਾਹਿਤ, ਇਹ ਤੁਸੀਂ ਚੰਗੀ ਤਰ੍ਹਾਂ ਸਮਝਦੇ। ਜੈ ਸਿੰਘ ਦੇ ਕੋਈ ਭਾਗ ਜਾਗਣੇ ਸੀ ਜਿਹਨੂੰ ਮਹਾਰਾਜ ਜੀ ਦੇ ਦਰਸ਼ਨਾਂ ਦੀ ਸੇਵਾ ਪ੍ਰਾਪਤ ਹੋਣੀ ਸੀ। ਰਾਜਾ ਜੈ ਸਿੰਘ ਚਲਾ ਗਿਆ, ਵਿਚਾਰ ਕੀਤੀ ਵਜ਼ੀਰਾਂ ਨਾਲ। ਇੱਕ ਬੜਾ ਸਿਆਣਾ ਵਜ਼ੀਰ ਕੁਜੈਲਕਾਰ, ਇੱਕ ਪਾਲਕੀ, ਹਾਥੀ, ਘੋੜਾ, ਰੱਥ, ਚਾਰੇ ਵਾਹਨ ਹੁੰਦੇ ਸੀ ਉਦੋਂ, ਚਾਰੇ ਹੀ ਭੇਜੇ। ਗੁਰੂ ਪਾਤਸ਼ਾਹ ਜਿਸ ਤੇ ਵੀ ਸਵਾਰ ਹੋ ਕੇ ਆਉਣਾ ਚਾਹੁਣ ਉਹਨਾਂ ਨੂੰ ਲਿਆਓ। ਪਾਲਕੀ 'ਚ ਬੈਠ ਕੇ ਆਉਣਾ ਚਾਹਣ ਤਾਂ ਪਾਲਕੀ ਬੜੀ ਸੁੰਦਰ ਭੇਜੀ, ਰੱਥ 'ਚ ਆਉਣਾ ਚਾਹਣ ਤਾਂ ਰੱਥ ਭੇਜੀ, ਘੋੜੇ ਤੇ ਸਵਾਰ ਹੋ ਕੇ ਆਉਣਾ ਤਾਂ ਬੜਾ ਸੁੰਦਰ ਘੋੜਾ, ਹਾਥੀ ਤੇ ਸਵਾਰ ਹੋ ਕੇ ਆਉਣਾ ਤੇ ਹਾਥੀ। ਕੀਰਤਪੁਰ ਸਾਹਿਬ ਵਜ਼ੀਰ ਪਹੁੰਚਿਆ, ਮਹਾਰਾਜ ਜੀ ਨੂੰ ਬੇਨਤੀ ਕੀਤੀ। ਪਰਿਵਾਰ ਵਿੱਚ ਵਿਚਾਰ ਚੱਲੀ ਵੀ ਜਾਈਏ ਕਿਵੇਂ। ਔਰੰਗਾ ਤਾਂ ਬੜਾ ਦੁਖੀ ਹੈ, ਨਾਲੇ ਗੁਰੂ ਸਾਹਿਬ ਦਾ ਬਚਨ ਕੀਤਾ ਹੋਇਆ, ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਵੀ ਸੀ ਔਰੰਗੇ ਨੂੰ ਦਰਸ਼ਨ ਨਹੀਂ ਦੇਣੇ। ਪ੍ਰਣ ਵੀ ਹੈ, ਜਦੋਂ ਦਿੱਲੀ ਜਾਣਗੇ ਤਾਂ ਔਰੰਗੇ ਨੂੰ ਦਰਸ਼ਨ ਦੇਣੇ ਪੈਣਗੇ। ਪਰ ਉਧਰ ਰਾਜੇ ਜੈ ਸਿੰਘ ਨੇ ਵੀ ਬੇਨਤੀ ਕੀਤੀ, ਮਹਾਰਾਜ ਮੈਂ ਆਪ ਜੀ ਦਾ ਸੇਵਕ ਹਾਂ, ਮੇਰਾ ਬਿਰਦ, ਮੇਰੀ ਲਾਜ ਰੱਖੋ, ਆਪਣੇ ਬਿਰਦ ਬਾਣੇ ਦੀ ਲਾਜ ਰੱਖੋ। ਆਖਰਕਾਰ ਵਿਚਾਰ ਹੋਈ ਕਿ ਚੱਲਾਂਗੇ ਪਰ ਔਰੰਗੇ ਨੂੰ ਦਰਸ਼ਨ ਨਹੀਂ ਦੇਵਾਂਗੇ। ਪਾਤਸ਼ਾਹ ਪਾਲਕੀ 'ਚ ਸਵਾਰ ਹੋਏ ਕੀਰਤਪੁਰ ਸਾਹਿਬ ਤੋਂ। ਹਾਲੇ ਮੇਰੇ ਖਿਆਲ 2 ਦਿਨ ਹੀ ਚੱਲਦਿਆਂ ਹੋਏ ਹੋਣਗੇ। ਰਸਤੇ ਵਿੱਚ ਥੋੜਾ ਜਿਹਾ ਪੈਂਡਾ ਤੈਅ ਕੀਤਾ ਸੀ, ਇੰਨੇ ਨੂੰ ਪਿੱਛੋਂ
ਪਿੱਛੋਂ ਇੱਕ ਸਿੱਖ ਆਇਆ, ਉਹਨੇ ਬੇਨਤੀ ਕੀਤੀ, ਮਹਾਰਾਜ ਪਿੱਛੋਂ ਸੰਗਤ ਆ ਰਹੀ ਹੈ ਕਾਬਲ ਤੋਂ, ਆਪ ਜੀ ਇੱਕ ਦਿਨ ਇੱਥੇ ਰੁਕ ਜਾਓ, ਉਹ ਦਰਸ਼ਨ ਕਰ ਲੈਣਗੇ, ਦੂਰੋਂ ਆ ਰਹੇ ਨੇ। ਮਹਾਰਾਜ ਜੀ ਰੁਕ ਗਏ, ਸਿੱਖਾਂ ਨੂੰ ਦਰਸ਼ਨ ਦਿਦਾਰੇ ਕੀਤੇ, ਰਸਤੇ 'ਚ 2 ਦਿਨ ਉੱਥੇ ਪੜਾ ਰੱਖਿਆ। ਅਗਲੇ ਦਿਨ ਚੱਲੇ, ਹਾਲੇ ਥੋੜਾ ਜਿਹਾ ਪੈਂਡਾ ਤੈਅ ਕੀਤਾ, ਇੰਨੇ ਨੂੰ ਹੋਰ ਸਿੱਖ ਆ ਗਏ। ਮਹਾਰਾਜ ਸੰਗਤ ਆ ਰਹੀ ਹੈ ਮਗਰੋਂ, 2 ਦਿਨ ਫਿਰ ਰੁਕਣਾ ਪੈ ਗਿਆ। ਚਲਦਿਆਂ ਚਲਦਿਆਂ ਅੰਬਾਲੇ ਦੇ ਨੇੜੇ ਗੁਰਦੁਆਰਾ ਪੰਜੋਖਰਾ ਸਾਹਿਬ ਵਾਲੇ ਸਥਾਨ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਪਹੁੰਚ ਗਏ। ਇੱਥੇ ਜਿਹੜਾ ਉਹ ਵਜ਼ੀਰ ਆਇਆ ਸੀ, ਉਹਨੇ ਬੇਨਤੀ ਕੀਤੀ, ਮਹਾਰਾਜ ਵੀ ਇੱਦਾਂ ਜੇ ਆਪਾਂ ਰੁਕਦੇ ਰਹੇ, 2 ਦਿਨ ਰੁਕ ਕੇ 1 ਦਿਨ ਚੱਲਦੇ ਰਹੇ, ਤੇ ਆਪਾਂ ਨੂੰ ਦਿੱਲੀ ਪਹੁੰਚਦਿਆਂ ਤਾਂ ਸ਼ਾਇਦ ਸਾਲ ਲੱਗ ਜੇ, ਸੰਗਤ ਨੇ ਤਾਂ ਆ ਹੀ ਜਾਣਾ ਦਰਸ਼ਨ ਕਰਨ। 8ਵੇਂ ਪਾਤਸ਼ਾਹ ਨੇ ਉੱਥੇ ਇੱਕ ਟਿੱਬਾ ਜਿਹਾ ਰੇਤ ਦਾ ਬਣਿਆ, ਉਹਨੂੰ ਇਕੱਠਾ ਜਿਹਾ ਕੀਤਾ, ਆਪਣੇ ਹੱਥੀਂ ਨਿਸ਼ਾਨ ਸਾਹਿਬ ਲਾਇਆ ਔਰ ਬਚਨ ਕੀਤਾ, ਹੁਣ ਜਿੰਨੇ ਵੀ ਸਿੱਖ ਆਉਣਗੇ ਪਿੱਛੋਂ, ਉਹਨਾਂ ਨੂੰ ਸਾਡੇ ਪਿੱਛੇ ਦਿੱਲੀ ਤੱਕ ਆਉਣ ਦੀ ਲੋੜ ਨਹੀਂ, ਜੋ ਕੁਝ ਭੇਟ ਕਰਨਾ ਇੱਥੇ ਭੇਟਾ ਕਰੋ, ਜੋ ਸਾਡੇ ਦਰਸ਼ਨਾਂ ਦਾ ਮਹਾਤਮ ਹੈ ਉਹ ਇਸ ਅਸਥਾਨ ਪੰਜੋਖਰਾ ਸਾਹਿਬ ਦੇ ਦਰਸ਼ਨਾਂ ਚੋਂ ਪ੍ਰਾਪਤ ਹੋ ਜਾਏਗਾ। ਜੋ ਸਾਨੂੰ ਭੇਟ ਕਰਨਾ ਇੱਥੇ ਭੇਟਾ ਕਰੋਗੇ, ਸਾਡੇ ਤੱਕ ਪਹੁੰਚ ਜਾਏਗਾ। ਗੁਰਦੁਆਰਾ ਪੰਜੋਖਰਾ ਸਾਹਿਬ ਵਾਲੇ ਪਵਿੱਤਰ ਅਸਥਾਨ ਤੇ ਗੁਰਦੇਵ ਸੁਭਾਏਮਾਨ ਨੇ ਉਹ ਕਥਾ ਆਪ ਜੀ ਨੇ ਸੁਣੀ ਹੈ, ਪਰ ਬਾਰ-ਬਾਰ ਕਥਨ ਕਰਨ ਦਾ ਸਵਾਦ ਹੈ, ਰਸ ਹੈ। ਮੇਰੇ ਗੁਰੂ ਦੀ ਵਡਿਆਈ ਜੋ ਹੈ ਉਹਦੇ ਵਿੱਚ, ਮੇਰੇ ਗੁਰੂ ਦੀ ਉਪਮਾ ਜੋ ਹੈ, ਇੱਕ ਸਧਾਰਨ ਜਿਹਾ ਮਨੁੱਖ ਕੋਈ ਚੰਗਾ ਕੰਮ ਕਰਦਾ, ਉਹ ਥਾਂ ਥਾਂ ਤੇ ਜਾ ਕੇ ਕਈਆਂ ਨੂੰ ਦੱਸਦਾ, ਮੈਂ ਫਲਾਣੀ ਥਾਂ ਤੇ ਆਹ ਕੰਮ ਚੰਗਾ ਕੀਤਾ ਸੀ। ਕਈ ਵਾਰ ਆਪਣੇ ਨਾਲ ਦੇ ਬੰਦਿਆਂ ਨੂੰ ਇੱਕੋ ਗੱਲ ਜੋ ਚੰਗਾ ਕੰਮ ਕੀਤਾ ਹੋਵੇ ਉਹਨੇ ਕਈ ਵਾਰੀ ਦੱਸੀ ਹੁੰਦੀ ਹੈ। ਤੇ ਮੇਰੇ ਪਾਤਸ਼ਾਹ ਨੇ ਤਾਂ ਇਹ ਬੜਾ ਵੱਡਾ ਤਰਸ ਕੀਤਾ, ਉਹਨਾਂ ਦੀ ਉਪਮਾ ਤਾਂ, ਉਹਨਾਂ ਦੀ ਵਡਿਆਈ ਅਰਬਾਂ ਖਰਬਾਂ ਵਾਰ ਵੀ ਹੋਈ ਜਾਵੇ ਤਾਂ ਥੋੜੀ। ਪੰਡਤ ਦੇ ਮਨ ਦਾ ਗਰੂਰ ਸੀ, ਮੈਂ ਵਿਦਿਆ ਵਿੱਚ ਮਾਰਤੰਡ। ਗੁਰੂ ਪਾਤਸ਼ਾਹ ਤੇ ਕਿੰਤੂ ਕੀਤਾ। ਇਹ ਜਿਹੜੀ ਵਿਦਿਆ ਹੈ ਨਾ, ਵਿਦਿਆ ਇਹ ਕਈ ਵਾਰ ਬਹੁਤਿਆਂ ਨੂੰ ਹਜਮ ਨਹੀਂ ਹੁੰਦੀ। ਵਿਦਿਆ ਪੜ੍ਹ ਕੇ ਹੁਜਤਬਾਜ਼ੀ ਕਰਨ ਦੀ ਬਿਰਤੀ ਬੜੀ ਪੈਦਾ ਹੁੰਦੀ, ਹੁਜਤ ਕਰਨੀ। 2 ਅੱਖਰ ਪੜ੍ਹ ਲਏ ਤੇ ਹੁਜਤ ਕਰੀ ਜਾਣੀ ਥਾਂ ਥਾਂ ਤੇ ਜਾ ਕੇ। ਕੋਈ ਵਿਰਲਾ ਹੈ ਜਿਹੜਾ ਵਿਦਿਆ ਨੂੰ ਪੜ੍ਹ ਕੇ ਹਲੀਮੀ ਵੱਲ ਜਾਵੇ, ਨਹੀਂ ਤਾਂ ਹੰਕਾਰ ਪੈਦਾ ਕਰ ਦਿੰਦੇ। ਜੇ ਕੋਈ ਆਖੇ ਕਿ ਵਿਦਿਆ ਦਾ ਕੋਈ ਦੋਸ਼ ਹੈ, ਵਿਦਿਆ ਦਾ ਨਹੀਂ ਕੋਈ ਦੋਸ਼। ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਮਹਾਰਾਜ ਜੀ ਨੇ ਕਿਹਾ। ਜਿਹੜਾ ਪੜ੍ਹ ਕੇ ਹੰਕਾਰੀ ਹੋ ਜਾਏ ਉਸ ਬੰਦੇ ਦਾ ਦੋਸ਼ ਹੈ, ਵਿਦਿਆ ਦਾ ਕੋਈ ਦੋਸ਼ ਨਹੀਂ। ਵਿਦਿਆ ਤਾਂ ਇਲਮ ਹੈ, ਗਿਆਨ ਹੈ। 2 ਤਰ੍ਹਾਂ ਦੇ ਸੱਪ ਹੁੰਦੇ ਨੇ, ਮਣੀ ਦੋਹਾਂ ਕੋਲ ਹੁੰਦੀ ਹੈ। ਇੱਕ ਮੱਸਿਆ ਦੀ ਰਾਤ ਨੂੰ ਉਹ ਮਣੀ ਬਾਹਰ ਕੱਢ ਕੇ ਰੱਖਦੇ ਹੈ, ਉਹਦੀ ਰੋਸ਼ਨੀ 'ਚ ਕੀੜੇ ਖਾਂਦੇ ਨੇ। ਇੱਕ ਸੱਪ ਉਹੀ ਮਣੀ ਪੂਰਨਮਾਸ਼ੀ ਵਾਲੇ ਦਿਨ ਬਾਹਰ ਕੱਢ ਕੇ ਰੱਖਦਾ, ਉਹਦੇ 'ਚ ਚੰਦਰਮਾ ਦੀਆਂ ਕਿਰਨਾਂ ਪੈਂਦੀਆਂ, ਅੰਮ੍ਰਿਤ ਪੈਦਾ ਹੁੰਦਾ, ਉਹ ਅੰਮ੍ਰਿਤ ਨੂੰ ਚੱਟ ਕੇ ਆਪਣੀ ਜ਼ਹਿਰ ਸ਼ਾਂਤ ਕਰਦਾ। ਮਣੀ ਦੋਨਾਂ ਕੋਲ ਇੱਕੋ ਜਿਹੀ ਹੈ, ਪਰ ਤਰੀਕਾ ਵਰਤਣ ਦਾ, ਇੱਕ ਕੀੜਿਆਂ ਖਾਣ ਲਈ ਵਰਤ ਰਿਹਾ, ਇੱਕ ਅੰਮ੍ਰਿਤ ਚੱਖਣ ਲਈ। ਬਸ ਵਿਦਿਆ ਮਣੀ ਹੈ। ਇੱਕ ਨਾ ਨੇ ਉਸ ਵਿਦਿਆ ਤੋਂ ਹੰਕਾਰੀ ਹੋ ਜਾਣਾ, ਇੱਕ ਨਾ ਨੇ ਉਸੇ ਵਿਦਿਆ ਤੋਂ ਆਤਮ ਰਸ ਨੂੰ ਜਾਣ ਕੇ ਅੰਮ੍ਰਿਤ ਰਸ ਨੂੰ ਪ੍ਰਾਪਤ ਕਰਨਾ। ਇਹ ਤਾਂ ਵਿਦਿਆ ਬੰਦ ਪਰਦੇਸ ਮੈਂ,
जहां साक पहुंचै नहीं तहां पहुंचै विद्वान। जिथे दुनिया का कोई गुण, संसार का कोई भी धन संपदा विभूति ना पहुंचे, विद्वान उत्थे पहुंच जाता है। जिथे कोई संबंधी नाल नहीं हुंदा विद्या, उत्थे प्रदेश विच भी जे किसी कोल कोई हुनर है उहदे नाल काम करदा, उहदी साथ किसी भी प्रकार की विद्या होवे। जरूरी नहीं विद्या केवल पुस्तकां दी हुंदी है, विद्या कोई कारीगरी दी भी हो सकती है, वो भी तो विद्या च ही आएगा ना। किसी कोल कोई गायन का गुण है, किसी कोल किसी वादत का गुण है, वो भी विद्या है। जिथे रिश्तेदार नहीं हुंदा नाल, उत्थे वो गुण नाल हुंदा। गुरूर सी पंडित लाल चंद दे मन विच, ਜਾਂ इस तरह कह सकते हैं, ने शंका कीता इस करके गुरु जी ते, क्योंकि ये भी भाग जागने से, गुरु साहब ने ये दया करनी सी। और ये बहाने एक गूंगे झीवर छज्जू ते दया दृष्टि होनी सी। ਉਹਦਾ भी कोई पूर्वला कर्म होवेगा ਜਿਹਦੇ सिर ते साहब ने छड़ी रखनी। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ जी महाराज जी ਦੇ ਕੋਲ ਸ਼ੰਕਾ ਕੀਤਾ, ਇਹਦਾ ਸ਼ੰਕਾ महाराज जी ने ਨਿਵਾਰਿਆ। ਛੱਜੂ ਝੀਵਰ ਦੇ ਸਿਰ ਤੇ ਛੜੀ ਰੱਖ ਕੇ ਗੁਰਦੇਵ ਨੇ ਐਸਾ ਤਰਸ ਕੀਤਾ, ਦਇਆ ਦ੍ਰਿਸ਼ਟੀ ਕੀਤੀ ਕਿ ਗੂੰਗਾ ਬੋਲਿਆ, ਕਸਮ ਨੇ ਸ਼ਾਸਤਰਾ ਪ੍ਰਵਿਰਤਾ। किस शास्त्र च प्रवृत्ति करना चाहते हो? हैरान हो गया। ऐसी शब्द चर्चा हुई, गीता दे ऐसे अर्थ होए कि लाल चंद सोच भी नहीं सी सकता, चरनी टह पिया। ये लाल चंद मुड़ के चमकौर दी गढ़ी च लाल सिंह बन के शहीद होया। धन गुरु हरकृष्ण साहब जी महाराज पंजोखरा साहब तो अगे चले। महाराज जी का जिहड़ा रूट सी उहदे मुताबिक साहब दे जिहड़े रस्ते दे स्थान ने वो प्रगट नहीं हो सके। 8वें पातशाह दे पंजोखरा साहब तो अगे दिल्ली तक जांदा एक दो थावां ते स्थान ने 8वें पातशाह दे। तो गुरुदेव दिल्ली पहुंचे। राजे जय सिंह ने महाराज जी का अपने बंगले च उतारा कराया, जिथे अजकल गुरुद्वारा बंगला साहिब है। जो बंगला कल्ले राजे जय सिंह का ही रह जाता, ते अज दुनिया के हजारां राजियां दे बंगले बने हुए खंडर बने पे ने किले। पर उस राजे जय सिंह दे बंगले च चरण पा के गुरुदेव ने उस बंगले नूं जुगां जुगांतरां तक खुशहाल कर दिता, खेड़े सहित भर दिता, जिथे हजारां मुर्दियां नूं जिंदगी प्राप्त हुंदी है। जे कल्ली हवेली रह जाती ते अनेकां हवेलियां खंडर बन के पशुआं, पंछियां, सप्पां, ठूहियां दा घर बन जांदियां ने। पर जिस हवेली च बाजां वाले चोजी प्रीतम ने प्रकाश धारिया, वो सिखां दा तख्त बन गया, तख्त श्री हरमंदर जी पटना साहिब। सालसराय जोरी दी हवेली सी। नहीं तो अक्सर वड्डे वड्डे किले, वड्डियां वड्डियां इमारतां, वड्डियां वड्डियां हवेलियां पुरानियां बनियां हुईयां। पिछे जी असी राजे जय सिंह दा ही जिहड़ा कलगी हरकृष्ण साहब महाराज जी दा श्रद्धालु दे किले ने जयपुर विच 3-4 किले ने। वो किले इदां दे तकरीबन कंधां टुटियां हुईयां हैण तां
ਉਹ ਸੈਰ ਸਪਾਟੇ ਵਾਲਾ ਜਿਹੜਾ ਇੱਕ ਮਹਿਕਮਾ ਹੁੰਦਾ ਉਹਨਾਂ ਨੇ ਸੰਭਾਲੀਆਂ ਹੋਈਆਂ, ਪਰ ਉਹ ਤਕਰੀਬਨ ਖੰਡਰਨੁਮਾ ਹੀ ਨੇ। ਉਸੇ ਜੈ ਸਿੰਘ ਦਾ ਬੰਗਲਾ ਸੀ, ਮਹਾਰਾਜ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਉੱਥੇ ਭਾਗ ਲਾਏ ਹੋਏ। ਉਹ ਆਖਿਆ ਮਹਾਰਾਜ ਆਪ ਜੀ ਦਾ ਹੀ ਹੈ, ਮੇਰਾ ਨਹੀਂ ਹੋਣੇ। ਜੈ ਸਿੰਘ ਨੂੰ ਸਾਰੀ ਜ਼ਿੰਦਗੀ ਜੰਗ ਨਹੀਂ ਲੜਨਾ ਪਿਆ। ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਇਹੋ ਜਿਹੀ ਦਇਆ ਕੀਤੀ, ਕਹਿੰਦੇ ਜੈ ਸਿੰਘ ਤੈਨੂੰ ਜੰਗ ਨਹੀਂ ਲੜਨਾ ਪੈਣਾ, ਤੇਰੇ ਰਾਜ ਤੇ ਕਦੇ ਕੋਈ ਚੜ ਕੇ ਆਉਣਾ ਹੀ ਨਹੀਂ ਕਿਸੇ ਨੇ। ਹਾਲਾਂਕਿ ਉਹਦੀ ਤਿਆਰੀ ਪੂਰੀ ਸੀ। ਜੈ ਸਿੰਘ ਨੇ ਕਿਹੋ ਜਿਹੀ ਤੋਪ ਬਣਾ ਕੇ ਉੱਥੇ ਰੱਖੀ ਹੋਈ ਹੈ, ਉਸ ਤੋਪ ਦੇ ਵਿੱਚ ਪਾ ਕੇ ਚਲਾਇਆ ਹੋਇਆ ਗੋਲਾ ਕਈ ਪਿੰਡਾਂ ਨੂੰ ਤਬਾਹ ਕਰ ਦਿੰਦਾ। ਉਸ ਵੇਲੇ ਉਹਨੇ ਬਣਾ ਕੇ, ਉਹਨੂੰ ਪਰ ਲੋੜ ਨਹੀਂ ਪਈ, ਕਹਿੰਦੇ ਸਿਰਫ ਇੱਕੋ ਵਾਰੀ ਉਹਦਾ ਤਜਰਬਾ ਕੀਤਾ ਸੀ ਚਲਾਉਣ ਦਾ। ਕਿਲੇ ਬੜੇ ਵੱਡੇ ਬਣਾਏ ਹੋਏ ਨੇ, ਦੀਵਾਰਾਂ ਬੜੀਆਂ ਦੂਰ ਤੱਕ, ਪਰ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਦਇਆ ਰਹੀ। ਜਦੋਂ ਖਾਲਸੇ ਦੇ ਜੰਗਾਂ ਯੁੱਧਾਂ ਦੇ ਵੇਲੇ 'ਚ ਸਿੰਘਾਂ ਦਾ ਕੋਈ ਔਖਾ ਸਮਾਂ ਹੁੰਦਾ ਸੀ, ਤੇ ਪੰਜਾਬ ਦੇ ਵਿੱਚ ਸਿੰਘਾਂ ਦੇ ਸਿਰਾਂ ਦੇ ਮੁੱਲ ਪਏ ਹੁੰਦੇ, ਤੇ ਜੈਪੁਰ ਦੀ ਰਿਆਸਤ ਦੇ ਜਿਹੜੇ ਰਾਜੇ ਸਨ ਉਹ ਸਿੰਘਾਂ ਨੂੰ ਆਪਣੇ ਕੋਲ ਨੌਕਰੀ ਤੇ ਰੱਖ ਲੈਂਦੇ। ਕੁਝ ਸਮਾਂ ਸਿੰਘ ਉਧਰ ਆਪਣਾ ਟਾਈਮ ਪਾਸ ਕਰਾਉਂਦੇ ਸੀ, ਔਖਾ ਵੇਲਾ। ਜਦੋਂ ਕਲਗੀਧਰ ਸਵਾਮੀ ਗਏ ਨੇ, ਉਹ ਵੀ ਕਿਰਪਾ ਕਰਕੇ ਗਏ ਨੇ ਨਾ। ਤੇ ਇੱਥੇ ਮੇਰੇ ਪਾਤਸ਼ਾਹ ਨੇ ਦਿੱਲੀ ਵਿੱਚ ਫੈਲੀ ਹੋਈ ਮਹਾਮਾਰੀ ਆਪਣੀ ਦਇਆ ਦ੍ਰਿਸ਼ਟੀ ਨਾਲ ਨਿਰਵਿਰਤ ਕੀਤੀ। ਜਿਸ ਨੇ ਵੀ ਦਰਸ਼ਨ ਕੀਤੇ ਦੁੱਖ ਦੂਰ ਹੋ ਗਏ। ਜਿਸ ਡਿਠੇ ਸਭ ਦੁੱਖ ਜਾਏ, 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 ਜਿਸ ਡਿਠੇ ਸਭ ਦੁੱਖ ਜਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, 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 ਸ਼੍ਰੀ ਹਰਿ ਕ੍ਰਿਸ਼ਨ ਧਿਆਈਐ। ਜਿਸ ਡਿਠੇ ਸਭ ਦੁੱਖ ਜਾਏ, 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 ਜਿਸ ਡਿਠੇ ਸਭ ਦੁੱਖ ਜਾਏ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ, ਗਰੀਬ ਨਵਾਜ, ਦਇਆ ਨਿਧ ਸੁਆਮੀ, ਅੰਤਰਯਾਮੀ, ਗੂੰਗਿਆਂ ਦੇ ਸਿਰਾਂ ਤੇ ਛੜੀ ਰੱਖ ਕੇ ਖਟ ਸ਼ਾਸਤਰਾਂ ਦੇ ਵਕਤਾ ਬਣਾਉਣ ਵਾਲੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦਿਹਾੜੇ ਦੀਆਂ ਆਪ ਸਰਬੱਤ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹਨ। ਵਾਹਿਗੁਰੂ। ਕਰੋੜਾਂ ਕਰੋੜਾਂ ਵਧਾਈਆਂ ਭਾਈ।